जे भुल्ली जे चुकी साईं, भी तह जी कांडिया, जिना नेह दूजाने लगा, चूर मरो से वांडिया। होना छोड़ो कंत पासरा, सदा रंगीला लाल प्यारा, एह महंजा आसरा। होना छोड़ो कंत पासरा, सदा रंगीला लाल प्यारा, एह महंजा आसरा। जगत गुरु धन 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 साहिब श्री गुरु नानक देव जी महाराज पातशाह ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 37ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਨੂੰ ਸਚਿਆਰ ਹੋਣ ਦਾ ਇੱਕ ਨਿਸ਼ਾਨਾ ਦਿੱਤਾ ਹੈ ਤੇ ਸਚਿਆਰ ਬਣਨ ਦੇ ਲਈ ਇੱਕੋ ਇੱਕ ਸਾਧਨ ਹੈ ਹੁਕਮ ਰਜ਼ਾਈ ਚੱਲਣਾ। ਜਿਹੜਾ ਰੱਬੀ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਉਹ ਸਚਿਆਰ ਹੋ ਨਿਬੜਦਾ ਹੈ। ਇਹਨਾਂ ਪੌੜੀਆਂ 'ਚ ਗੁਰੂ ਨਾਨਕ ਪਾਤਸ਼ਾਹ ਜੀ 5 ਅਵਸਥਾਵਾਂ ਦਾ ਜ਼ਿਕਰ ਕਰ ਰਹੇ ਹਨ ਕਿ ਜੇ ਕੋਈ 5 ਅਵਸਥਾਵਾਂ ਵਿੱਚ ਗੁਜ਼ਰ ਜਾਏ ਉਹ ਸੱਚ ਦੀ ਅਵਸਥਾ ਤੱਕ ਪਹੁੰਚ ਸਕਦਾ ਹੈ। ਔਰ ਹਰ ਮਨੁੱਖ ਦੇ ਵਿੱਚ ਸਚਿਆਰ ਬਣਨ ਦੀ ਸੰਭਾਵਨਾ ਹੈ। ਤਾਂ ਹੀ ਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ, ਤਾਂ ਹੀ ਏਡਾ ਵੱਡਾ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਪਾਇਆ ਹੈ ਕਿ ਮਨੁੱਖ ਇਹ ਬਣ ਸਕਦਾ ਹੈ। ਪਹਿਲਾ ਹੈ ਧਰਮ ਖੰਡ। ਖੰਡ ਬਨੇ ਅਵਸਥਾ, ਧਰਮ ਦੀ ਅਵਸਥਾ। ਉਸ ਤੋਂ ਬਾਅਦ ਅਸੀਂ ਗਿਆਨ ਖੰਡ ਦੀ ਵਿਚਾਰ ਕੀਤੀ, ਫਿਰ ਸ਼ਰਮ ਖੰਡ, ਉਦਮ ਦੀ ਅਵਸਥਾ ਦੀ ਵਿਚਾਰ ਕੀਤੀ। ਇਸ ਤੋਂ ਅੱਗੇ ਇਸ ਪੌੜੀ ਵਿੱਚ ਹੁਣ 2 ਖੰਡਾਂ ਦੀ ਵਿਚਾਰ ਹੈ। ਅੱਜ ਦੀ ਇਸ ਵਿਚਾਰ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਜੀਵਾਂ ਤੇ ਮਹਿਰਾਮਤ ਕਰ ਰਹੇ ਹਨ। ਕਰਮ ਖੰਡ ਕੀ ਬਾਣੀ ਜ਼ੋਰ। ਕਰਮ ਦਾ ਅਰਥ ਹੈ ਬਖਸ਼ਿਸ਼। ਬਖਸ਼ਿਸ਼ ਦੀ ਅਵਸਥਾ ਕਿਹੜੀ ਹੈ? ਮੰਨ ਲਓ ਕੋਈ ਵਿਦਿਆਰਥੀ ਮਿਹਨਤ ਨਾਲ ਪੜ੍ਹਦਾ ਹੈ, ਅਨੁਸ਼ਾਸਨ ਵਿੱਚ ਰਹਿੰਦਾ ਹੈ, ਆਪਣੇ ਟੀਚਰਾਂ ਦਾ ਸਤਿਕਾਰ ਕਰਦਾ ਹੈ ਔਰ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ। ਫਿਰ ਉਹਦੇ ਉੱਪਰ ਬਖਸ਼ਿਸ਼ ਹੁੰਦੀ ਹੈ, ਉਹਨੂੰ ਵਜ਼ੀਫਾ ਵੀ ਮਿਲ ਜਾਂਦਾ ਹੈ। ਇਹ ਬਖਸ਼ਿਸ਼ ਜਿਹੜੀ ਹੈ ਇਹ ਬਣ ਗਿਆ ਕਰਮ। ਮੈਨੇ ਬਖਸ਼ਿਸ਼, ਦਾਤ ਮਿਲ ਗਈ। ਹੁਣ ਜਦੋਂ ਕੋਈ ਮਨੁੱਖ ਧਰਮ ਖੰਡ ਵਿੱਚ ਸ਼ਾਮਲ ਹੋ ਕੇ ਸੱਚ ਦੇ ਆਧਾਰ ਤੇ ਆਪਣੇ ਫਰਜ਼ ਪੂਰੇ ਕਰਦਾ ਹੈ, ਗਿਆਨਵਾਨ ਹੋ ਜਾਂਦਾ ਹੈ, ਉਦਮ ਕਰਕੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਵਸਾ ਲੈਂਦਾ ਹੈ, ਹੁਣ ਉਹ ਪਰਮੇਸ਼ਰ ਦੀਆਂ ਮਿਹਰ ਦੀਆਂ ਨਜ਼ਰਾਂ ਦਾ ਪਾਤਰ ਹੋ ਜਾਂਦਾ ਹੈ, ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਹੈ। ਕਰਮ ਖੰਡ ਕੀ ਬਾਣੀ ਜ਼ੋਰ। ਕਰਮ ਮੈਨੇ ਬਖਸ਼ਿਸ਼ ਦੀ ਅਵਸਥਾ ਦੀ, ਬਾਣੀ ਦਾ ਭਾਵ ਬਣਾਵਟ, ਰੂਪ ਰੇਖਾ। ਪ੍ਰਭੂ ਦੀ ਬਖਸ਼ਿਸ਼ ਦੀ ਰੂਪ ਰੇਖਾ ਕੀ ਹੈ? ਬਖਸ਼ਿਸ਼ ਕਿਵੇਂ ਹੋ ਜਾਂਦੀ ਹੈ? ਜੀਵਨ ਵਿੱਚ ਜ਼ੋਰ ਆ ਜਾਂਦਾ ਹੈ, ਤਾਕਤ ਆ ਜਾਂਦੀ ਹੈ, ਉਹ ਬਲਵਾਨ ਹੋ ਜਾਂਦਾ ਹੈ। ਉਹਦੇ ਪਿੱਛੇ ਹੁਣ ਰੱਬ ਦੀ ਤਾਕਤ ਕੰਮ ਕਰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਹੁਣ ਤਾਕਤ ਆ ਗਈ ਲੋਕਾਂ ਨਾਲ ਲੜਾਈਆਂ ਕਰਦਾ ਫਿਰਦਾ ਹੈ, ਲੋਕਾਂ ਦੀਆਂ ਪੱਗਾਂ ਲਾਉਂਦਾ ਫਿਰਦਾ ਹੈ, ਕਿਸੇ ਦੀ ਇੱਜ਼ਤ ਰੋਲਦਾ ਫਿਰਦਾ ਹੈ। ਨਹੀਂ, ਉਹਦੇ 'ਚ ਇੰਨੀ ਤਾਕਤ ਆ ਜਾਂਦੀ ਹੈ, ਉਹ ਸੱਚ ਤੇ ਪਹਿਰਾ ਦੇਣ ਲੱਗ ਜਾਂਦਾ ਹੈ। ਹੁਣ ਡੋਲਦਾ ਨਹੀਂ, ਉਹ ਇੰਨਾ ਬਲਵਾਨ ਹੋ ਜਾਂਦਾ ਹੈ। ਆਰੇ ਨਾਲ 2 ਟੁਕੜੇ ਹੋ ਜਾਣ ਫਿਰ ਵੀ ਉਹ ਸੱਚ ਨਾਲ ਸਾਥ ਦੇਣ ਵਾਸਤੇ ਝੂਠ ਨਾਲ ਟਕਰਾ ਜਾਂਦਾ ਹੈ। ਇੰਨਾ ਬਲਵਾਨ ਹੋ ਜਾਂਦਾ ਹੈ, ਆਪਣੇ ਬੰਦ ਕਟਾ ਲੈਂਦਾ ਹੈ, ਸੱਚ ਤੋਂ, ਧਰਮ ਤੋਂ, ਸਿਦਕ ਤੋਂ ਡੋਲਦਾ ਨਹੀਂ, ਥਿੜਕਦਾ ਨਹੀਂ, ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦਾ। ਉਹ ਵਾਲਾ ਜ਼ੋਰ, ਉਹ ਵਾਲੀ ਤਾਕਤ ਆ ਜਾਂਦੀ ਹੈ। ਕਰਮ ਖੰਡ ਕੀ ਬਾਣੀ ਜ਼ੋਰ। ਰੱਬ ਦੀ ਬਖਸ਼ਿਸ਼ ਦੀ ਅਵਸਥਾ ਜਿਹੜੀ ਹੈ ਉਹ ਬਣਾਵਟ ਹੈ, ਤਾਕਤ ਆ ਜਾਂਦੀ ਹੈ। ਸਰੀਰਕ, ਮਾਨਸਿਕ ਤੌਰ ਤੇ ਮਨੁੱਖ ਆਤਮਿਕ ਤੌਰ ਤੇ, ਬੌਧਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ। ਉਹਦੀ ਸੋਚ ਤਾਕਤ ਵਾਲੀ ਹੋ ਜਾਂਦੀ ਹੈ, ਅਸੀਮ ਹੋ ਜਾਂਦੀ ਹੈ। ਮਨ ਬਚ ਕਰਮ 'ਚ ਇੱਕ ਸਾਰਤਾ ਆ ਜਾਂਦੀ ਹੈ, ਰੱਬੀ ਗੁਣ ਉਹਦੇ ਜੀਵਨ ਵਿੱਚ ਆ ਜਾਂਦੇ ਨੇ। ਮਾਨਸਿਕ ਤੌਰ ਤੇ ਉਹ ਬਲਵਾਨ ਹੋ ਜਾਂਦਾ ਹੈ। ਇੰਨਾ ਬਲਵਾਨ ਹੁੰਦਾ ਹੈ ਕਿ ਸੱਚ ਬੋਲਦਾ ਫਿਰ ਉਹ ਡੋਲਦਾ ਨਹੀਂ, ਥਿੜਕਦਾ ਨਹੀਂ ਹੈ। ਫਿਰ ਸਿਦਕ ਦੇ ਵਿੱਚ, ਧਰਮ ਵਿੱਚ ਚੱਲਦਿਆਂ ਹੋਇਆਂ ਡੋਲਦਾ ਨਹੀਂ, ਉਹਨੂੰ ਕੋਈ ਡੋਲਾ ਨਹੀਂ ਸਕਦਾ, ਥਿੜਕਾ ਨਹੀਂ ਸਕਦਾ। ਹੁਣ ਉਹਦੇ 'ਚ ਜ਼ੋਰ ਹੈ। ਕਰਮ ਖੰਡ ਕੀ ਬਾਣੀ ਜ਼ੋਰ। ਇੰਨਾ ਬਲਵਾਨ ਹੋ ਜਾਂਦਾ ਹੈ, ਹੁਣ ਝੂਠ ਨਾਲ ਟਕਰਾ ਜਾਂਦਾ ਹੈ। ਮਹਾਬਲੀ ਸੂਰਮਾ ਉਹ ਨਹੀਂ ਜਿਹੜਾ ਕਿਤੇ ਬਾਹਰੋਂ ਕਿਸੇ ਨੂੰ ਮਾਰ ਕੇ ਉਹਨੂੰ ਅਧੀਨ ਕਰ ਸਕੇ। ਅਸਲੀ ਸੂਰਮਾ ਉਹ ਹੈ
ਜਿਹੜਾ ਆਪਣੇ ਆਪੇ ਨੂੰ ਕਾਬੂ ਕਰ ਸਕੇ। ਜਾਕੋ ਹਰ ਰੰਗ ਲਾਗੋ ਇਸ ਯੁਗ में, ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਸੂਰਮਾ ਉਹ ਹੈ ਜਿਹੜਾ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰ ਲੈਂਦਾ ਹੈ, ਆਪਣੀ ਆਤਮਾ ਨੂੰ, ਨਿੱਜ ਨੂੰ ਜਿੱਤ ਕੇ ਆਪਣੇ ਮਨ ਨੂੰ, ਆਪਣੇ ਵਿਚਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦਾ ਹੈ। ਉਹ ਸੂਰਮਾ ਹੋ ਕੇ ਨਿਬੜਦਾ ਹੈ, ਉਹ ਬਲਵਾਨ ਹੋ ਜਾਂਦਾ ਹੈ। ਫਿਰ ਉਹ ਸੱਚ ਤੇ ਪਹਿਰਾ ਦਿੰਦਾ ਹੈ। ਜਦੋਂ ਸੱਚ ਤੇ ਪਹਿਰਾ ਦਿੰਦਾ ਫਿਰ ਵੱਡਿਆਂ ਵੱਡਿਆਂ ਦੀ ਪਰਵਾਹ ਨਹੀਂ ਕਰਦਾ। ਉਹ ਭਗਤ ਕਬੀਰ ਜੀ ਮਹਾਂਬਲੀ ਸੂਰਮੇ ਨੇ, ਜਿਨ੍ਹਾਂ ਨੇ ਜਾਤੀਵਾਦ ਦੇ ਖਿਲਾਫ ਇੱਕ ਲੜਾਈ ਲੜੀ ਔਰ ਸੱਚ ਬੋਲਿਆ ਸੂਰਮਿਆਂ ਦੀ ਤਰ੍ਹਾਂ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੂੰ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਬੜੀ ਜੁਰਤ ਸੀ। ਅੱਜ ਕਿੰਨੇ ਕੁ ਐਸੇ ਮਹਾਂਬਲੀ ਜ਼ੋਰ ਵਾਲੇ, ਇੰਨੇ ਕੁ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਨਾਮ ਦੇ ਪਿੱਛੇ ਜਾਤਾਂ ਕੋਤਾਂ ਦੀਆਂ ਪੂਛਾਂ ਹਟਾ ਦਿੱਤੀਆਂ, ਜਿਨ੍ਹਾਂ ਨੇ ਜਿਗਰੇ ਦੇ ਨਾਲ, ਬਹਾਦਰੀ ਨਾਲ, ਜੁਰਤ ਨਾਲ ਕਹਿ ਦਿੱਤਾ, ਅੱਜ ਤੋਂ ਬਾਅਦ ਅਸੀਂ ਜਾਤ ਪਾਤ ਨੂੰ ਛੱਡਿਆ, ਅਸੀਂ ਜਾਤੀਵਾਦ ਨਹੀਂ ਮੰਨਦੇ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਅੱਜ ਕਿੰਨੇ ਕੁ ਐਸੇ ਨੇ ਜਿਹੜੇ ਸੱਚਮੁੱਚ ਜੁਰਤ ਦੇ ਨਾਲ, ਬਹਾਦਰੀ ਦੇ ਨਾਲ, ਤਾਕਤ ਦੇ ਨਾਲ ਜਾਤੀਵਾਦ ਦੇ ਇਸ ਜੰਜਾਲ ਵਿੱਚੋਂ ਬਾਹਰ ਨਿਕਲ ਆਏ। ਗੁਰੂ ਨਾਨਕ ਪਾਤਸ਼ਾਹ ਬਹਾਦਰ ਨੇ, ਸੂਰਬੀਰ ਨੇ। ਅੱਜ ਕੋਈ ਆਦਮੀ ਭ੍ਰਿਸ਼ਟ ਲੀਡਰ ਹੋਵੇ, ਰਿਸ਼ਵਤ ਲੈਂਦਾ ਹੋਵੇ, ਲੋਕਾਂ ਨੂੰ ਲੁੱਟਦਾ ਹੋਵੇ, ਉਹਨੂੰ ਕਹਿਣਾ ਬੜਾ ਔਖਾ ਹੈ ਕਿ ਤੂੰ ਰਿਸ਼ਵਤਖੋਰ ਹੈ, ਤੂੰ ਭ੍ਰਿਸ਼ਟ ਹੈ। ਇਹਦੇ ਲਈ ਬੜੀ ਜੁਰਤ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਵਿੱਚ ਜੁਰਤ ਹੈ। ਬਾਬਰ ਨੂੰ ਆਖਦੇ ਨੇ, ਬਾਬਰ ਤੂੰ ਜ਼ਾਬਰ ਹੈ, ਜ਼ੁਲਮ ਨਾ ਕਰ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚਟ ਜਾਓ। ਉਹਨਾਂ ਨੂੰ ਸ਼ੇਰ ਬਘਿਆੜ ਕੁੱਤੇ ਤੱਕ ਕਹਿ ਕੇ ਸੰਬੋਧਨ ਕੀਤਾ। ਜੁਰਤ ਹੈ ਨਾ। ਸੱਚਮੁੱਚ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਉਸ ਬਖਸ਼ਿਸ਼ ਦੀ ਅਵਸਥਾ ਵਿੱਚ ਬਨਾਵਟ ਬਣ ਜਾਂਦੀ ਹੈ ਜ਼ੋਰ, ਤਾਕਤ। ਫਿਰ ਦੁਨੀਆ ਦੇ ਆਰੇ ਸਰੀਰ ਨੂੰ ਤੇ ਭਾਵੇਂ ਚੀਰ ਜਾਣ, ਪਰ ਉਸ ਸੂਰਮੇ ਨੂੰ ਇੱਕ ਕਦਮ ਵੀ ਪਿੱਛੇ ਨਹੀਂ ਹਟਾ ਸਕਦੇ। ਚਰਖੜੀਆਂ ਤੇ ਚਾੜ ਕੇ ਧਰਮੀਆਂ ਨੂੰ ਰੂੰ ਦੇ ਤੁੰਬਿਆਂ ਦੀ ਤਰ੍ਹਾਂ ਤੇ ਉਡਾਇਆ ਜਾ ਸਕਦਾ ਹੈ, ਉਹਨਾਂ ਨੂੰ ਸੱਚ ਤੋਂ ਡੁਲਾਇਆ ਨਹੀਂ ਜਾ ਸਕਦਾ। ਉਹਨਾਂ ਦੀ ਮਾਨਸਿਕਤਾ ਬਲਵਾਨ ਹੋ ਜਾਂਦੀ ਹੈ, ਸੋਚ ਅਸੀਮ ਹੋ ਜਾਂਦੀ ਹੈ, ਸਰੀਰਕ ਤੌਰ ਤੇ ਇੰਨੇ ਬਲਵਾਨ ਹੋ ਜਾਂਦੇ ਨੇ ਕਿ ਉਹ ਆਪਣੇ ਖੋਪੜ ਲਵਾ ਦਿੰਦੇ ਨੇ, ਗੱਡੀਆਂ ਥੱਲੇ ਆ ਕੇ ਚੂਰਾ ਚੂਰਾ ਹੋ ਜਾਂਦੇ ਨੇ, ਆਪਣੇ ਤਨ ਦੇ ਟੁਕੜੇ ਕਰਾ ਦਿੰਦੇ ਨੇ, ਸੱਚ ਧਰਮ ਤੋਂ ਪਿੱਛੇ ਨਹੀਂ ਹਟਦੇ। ਇਹ ਰੱਬ ਦੀ ਬਖਸ਼ਿਸ਼ ਦੀ ਬਨਾਵਟ ਹੈ ਜ਼ੋਰ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ। ਹੁਣ ਜਦੋਂ ਉਹ ਅਵਸਥਾ ਆਉਂਦੀ ਹੈ ਕਰਮ ਖੰਡ ਦੀ, ਉਸ ਕਰਮ ਖੰਡ ਦੀ ਅਵਸਥਾ ਵਿੱਚ, ਤਿੱਥੈ ਮੈਨੇ ਉਸ ਕਰਮ ਖੰਡ ਦੀ ਅਵਸਥਾ ਵਿੱਚ ਜਦੋਂ ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਹੋਰ ਨਾ ਕੋਈ ਹੋਰ, ਉਹਨਾਂ ਨੂੰ ਰੱਬ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਕੋਈ ਨਹੀਂ। ਪ੍ਰਭੂ ਹੀ ਨਜ਼ਰ ਆਉਂਦਾ ਹੈ। ਸਾਰਿਆਂ 'ਚ ਰੱਬ ਦੇਖਦੇ ਨੇ, ਫਿਰ ਰੱਬ ਨੂੰ ਮਾਣਦੇ ਨੇ, ਪੂਰੀ ਕੁਦਰਤ ਦੇ ਵਿੱਚੋਂ ਕਾਦਰ ਨੂੰ ਮਾਣਦੇ ਨੇ। ਦੋਏ ਦੋਏ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਦੇਖਾਂ, ਤਿੱਥੇ ਹੋਰ ਨਾ ਕੋਈ ਹੋਰ, ਰੱਬ ਤੋਂ ਬਿਨਾਂ ਹੋਰ ਦੇਖਦੇ ਹੀ ਨਹੀਂ ਆ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਦੂਜੀ ਗੱਲ ਹੀ ਕੋਈ ਨਹੀਂ। ਅੱਖਾਂ ਤੇ ਉਹਦਾ ਦੀਦਾਰ ਮਾਣਦੀਆਂ ਨੇ, ਅੱਖਾਂ ਉਹਦਾ ਜ਼ਹੂਰ ਜਲਵਾ ਦੇਖਦੀਆਂ ਨੇ। ਸਾਰਿਆਂ ਵਿੱਚੋਂ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਫਿਰ ਰੱਬ 'ਚ ਇੱਕ ਮਿਕ ਹੋ ਜਾਂਦੇ ਨੇ, ਸਾਰਿਆਂ 'ਚ ਰੱਬ ਦਿਸਦਾ ਹੈ। ਜੋ ਦਿਸੈ ਸੋ ਤੇਰਾ ਰੂਪ, ਤਿੱਥੈ ਜੋਧ ਮਹਾਬਲ ਸੂਰ। ਉਸ ਬਖਸ਼ਿਸ਼ ਦੀ ਅਵਸਥਾ ਵਿੱਚ, ਕਰਮ ਖੰਡ ਦੇ ਵਿੱਚ, ਤਿੱਥੈ ਮੈਨੇ ਉਸ ਕਰਮ ਖੰਡ ਦੀ ਅਵਸਥਾ ਵਿੱਚ ਜੀਵਨ ਕਿਵੇਂ ਬਦਲਾਅ ਚਾਹੁੰਦਾ ਹੈ। ਜੋਧ ਮਹਾਬਲ ਸੂਰ, ਉਹ ਧਰਮੀ ਪੁਰਖ ਜਿਹੜੇ ਨੇ ਜੋਧੇ ਮਹਾਬਲੀ ਸੂਰਮੇ ਬਣ ਜਾਂਦੇ ਨੇ, ਝੂਠ ਨਾਲ ਟਕਰਾ ਜਾਂਦੇ ਨੇ, ਜ਼ਾਲਮਾਂ ਨਾਲ ਟਕਰਾ ਜਾਂਦੇ ਨੇ, ਸੱਚ ਤੇ ਉਹ ਪਹਿਰਾ ਦਿੰਦੇ ਨੇ, ਡਰਦੇ ਨਹੀਂ ਹਨ। ਡੁਲਾਉਣ ਦੀ ਕੋਸ਼ਿਸ਼ ਕੀਤੀ ਗਈ ਛੋਟੇ ਸਾਹਿਬਜ਼ਾਦਿਆਂ ਨੂੰ, ਡੋਲੇ ਨਹੀਂ। ਡੁਲਾਉਣ ਦੀ ਕੋਸ਼ਿਸ਼ ਕੀਤੀ ਗਈ ਅਨੇਕਾਂ ਸਿੱਖਾਂ ਨੂੰ, ਅਨੇਕਾਂ ਉਹਨਾਂ ਦੇ ਬੱਚਿਆਂ ਨੂੰ, ਅਨੇਕਾਂ ਸਿੰਘੜਿਆਂ ਨੂੰ ਡੁਲਾਉਣ ਦੀ ਕੋਸ਼ਿਸ਼ ਕੀਤੀ ਗਈ, ਡੋਲੇ ਨਹੀਂ। ਉਹ ਮਹਾਬਲੀ ਨੇ, ਸੂਰਮੇ ਨੇ। ਇੱਕ ਸੂਰਮਾ ਉਹ ਹੁੰਦਾ ਜਿਹੜਾ ਕਿਸੇ ਅਮੀਰ ਦੀ ਖਾਤਰ ਲੜਦਾ ਹੈ। ਜਰ ਜੋਰੂ ਤੇ ਜ਼ਮੀਨ ਦੀ ਖਾਤਰ ਲੜਾਈਆਂ ਹੋਈਆਂ। ਜਿੰਨੇ ਮਰਜ਼ੀ ਧਰਮ ਗ੍ਰੰਥਾਂ ਦੇ ਇਤਿਹਾਸ ਪੜ੍ਹ ਕੇ ਦੇਖ ਲਓ ਜਾਂ ਹੋਰ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਉਹਨਾਂ ਵਿੱਚ ਰਾਜਾ ਰਾਣੀਆਂ ਦੀਆਂ ਕਹਾਣੀਆਂ ਲੜਾਈ ਦੀਆਂ ਮਿਲਣਗੀਆਂ। ਕਿਤੇ ਜ਼ਮੀਨ ਪਿੱਛੇ ਹੈ, ਕਿਤੇ ਔਰਤ ਪਿੱਛੇ, ਕਿਤੇ ਧਨ ਪਿੱਛੇ ਹੈ। ਔਰ ਜਦੋਂ ਕੋਈ ਅਮੀਰ ਦੀ ਖਾਤਰ ਸੂਰਮਾ ਲੜਦਾ ਹੈ, ਉਹਦੇ ਪਿੱਛੇ ਭਾਵਨਾ ਹੁੰਦੀ ਹੈ ਮੈਨੂੰ ਇਨਾਮ ਮਿਲੇਗਾ, ਮੈਨੂੰ ਜਗੀਰਾਂ ਮਿਲਣਗੀਆਂ, ਮੈਨੂੰ ਮੈਡਲ ਮਿਲਣਗੇ। ਨਤੀਜਾ ਕੀ ਹੋਇਆ?
ਸੂਰਮਾ ਅਮੀਰ ਦੀ ਖਾਤਰ ਲੜਿਆ, ਕਿਸੇ ਰਾਜੇ ਨਵਾਬ ਦੀ ਖਾਤਰ ਲੜਿਆ, ਗਰੀਬ ਦੀ ਖਾਤਰ ਕੋਈ ਨਹੀਂ ਲੜਿਆ। ਗਰੀਬ ਦੇ ਹੱਕਾਂ ਲਈ ਕਿਸੇ ਨੇ ਜੁਰਤ ਨਹੀਂ ਕੀਤੀ। ਕਿਉਂ? ਕਿਉਂਕਿ ਗਰੀਬ ਦੀ ਖਾਤਰ ਲੜਨਾ ਤੇ ਨਿਸ਼ਕਾਮ ਹੋਣਾ ਪੈਣਾ। ਗਰੀਬ ਨੇ ਦੇਣਾ ਕੁਛ ਨਹੀਂ ਹੈ, ਨਾ ਉਹਨੇ ਮੈਡਲ ਦੇਣੇ ਨੇ, ਨਾ ਉਹਨੇ ਜਗੀਰਾਂ ਦੇਣੀਆਂ ਨੇ, ਉਹ ਆਪ ਝੌਂਪੜੀ 'ਚ ਰਹਿੰਦਾ ਹੈ। ਗਰੀਬ ਦੇ ਲਈ ਲੜਨ ਵਾਸਤੇ ਸੂਰਮੇ ਬਹਾਦਰ ਮਹਾਂਬਲੀ ਯੋਧੇ ਨੂੰ ਨਿਸ਼ਕਾਮ ਹੋਣਾ ਪੈਣਾ। ਹੋ ਸਕਦਾ ਹੈ ਉਹਨੂੰ ਆਪਣਾ ਘਰ ਘਾਟ ਗਵਾਉਣਾ ਪਵੇ, ਹੋ ਸਕਦਾ ਪਰਿਵਾਰ ਖਤਮ ਕਰਾਉਣਾ ਪਵੇ, ਹੋ ਸਕਦਾ ਉਹਨੂੰ ਆਪਣੇ ਆਪੇ ਨੂੰ ਵੀ ਮੁਕਾਉਣਾ ਪੈ ਜਾਏ, ਉਹਨੂੰ ਵੀ ਆਪਣੇ ਆਪ ਨੂੰ ਕੁਰਬਾਨ ਕਰਨਾ ਪੈ ਜਾਏ। ਇਸੇ ਕਰਕੇ ਗੁਰੂ ਜੀ ਆਖਦੇ ਨੇ, ਅਮੀਰ ਦੀ ਖਾਤਰ ਤੇ ਕੋਈ ਵੀ ਲੜ ਲਏਗਾ, ਜ਼ਰ ਜ਼ੋਰੂ ਜ਼ਮੀਰ ਦੀ ਖਾਤਰ ਤੇ ਕੋਈ ਵੀ ਲੜ ਲਏਗਾ। ਜ਼ਰ ਜ਼ੋਰੂ ਜ਼ਮੀਨ ਦੇ ਨਾਲੋਂ ਇੱਕ ਹੋਰ ਵੀ ਨਿਯਮ ਹੈ, ਉਹ ਹੈ ਮਜ਼ਲੂਮ ਦੀ ਖਾਤਰ ਲੜਨਾ। ਇੱਕ ਹੋਰ ਵੀ ਪੱਖ ਹੈ, ਜੇ ਤੂੰ ਗਰੀਬ ਦੀ ਖਾਤਰ ਲੜੇ ਸੂਰਮਾ ਤਾਂ ਹੋਏਗਾ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ। ਇੱਥੇ ਦੀਨ ਦਾ ਅਰਥ ਹੈ ਗਰੀਬ। ਗਰੀਬ ਦੀ ਖਾਤਰ ਲੜ ਕੇ ਦੇਖ, ਫਿਰ ਤੂੰ ਸੂਰਮਾ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਸੂਰਮਾ ਤਾਂ ਉਸ ਅਵਸਥਾ ਵਿੱਚ ਉਹ ਮਹਾਂਬਲੀ ਯੋਧੇ ਸੂਰਮੇ ਨੇ ਜਿਹੜੇ ਮਨੁੱਖੀ ਹੱਕਾਂ ਦੀ ਖਾਤਰ ਲੜਦੇ ਨੇ, ਜਿਹੜੇ ਹਿਊਮਨ ਰਾਈਟਸ ਦੀ ਖਾਤਰ ਲੜਦੇ ਨੇ, ਜਿਹੜੇ ਸੱਚ ਦੀ ਖਾਤਰ ਲੜਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਸ਼ਹਾਦਤ ਨਾ ਆਪਣੇ ਗ੍ਰੰਥ ਵਾਸਤੇ, ਨਾ ਪੰਥ ਵਾਸਤੇ, ਆਪਣੇ ਵਾਸਤੇ ਨਹੀਂ ਸੀ, ਹੱਕਾਂ ਵਾਸਤੇ ਸੀ। ਜੇ ਅਸੀਂ ਕਹੀਏ ਕਿ ਜ਼ਬਰ ਜਨੇਊ ਦੀ ਖਾਤਰ, ਕਿ ਜ਼ਬਰ ਨੂੰ ਖਤਮ ਕਰਨ ਲਈ, ਜਨੇਊ ਦੀ ਰਾਖੀ ਦੇ ਲਈ ਨਹੀਂ। ਜਦੋਂ ਅਸੀਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਮਨੁੱਖੀ ਹੱਕਾਂ ਦੀ ਖਾਤਰ ਹੈ। ਜੇ ਅੱਜ ਹਿੰਦੂ ਵੀਰਾਂ ਦੇ ਉੱਪਰ ਮੁਸੀਬਤ ਆਈ, ਉਹਨਾਂ ਤੇ ਜ਼ੁਲਮ ਹੋਏ, ਉਹਨਾਂ ਦੇ ਤਿਲਕ ਜੰਝੂ ਨੂੰ ਖਤਰਾ ਪਿਆ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਿਨਾਂ ਵਿਤਕਰੇ ਤੋਂ ਨਿਰਵੈਰ ਬਣ ਕੇ ਉਹਨਾਂ ਦਾ ਸਹਿਯੋਗ ਦਿੱਤਾ, ਸਾਥ ਦਿੱਤਾ, ਉਹਨਾਂ ਦੀ ਖਾਤਰ ਸ਼ਹਾਦਤ ਦਿੱਤੀ। ਤੇ ਜੇ ਕੱਲ ਨੂੰ ਕਿਸੇ ਮੁਸਲਿਮ ਵੀਰ ਦੇ ਉੱਪਰ ਇਸ ਤਰ੍ਹਾਂ ਦੇ ਜ਼ਬਰ ਹੋਣ ਤੇ ਗੁਰੂ ਨਾਨਕ ਦਾ ਸਿੱਖ ਤਾਂ ਵੀ ਤਿਆਰ ਰਹੇਗਾ, ਗੁਰੂ ਤੇ ਤਾਂ ਵੀ ਤਿਆਰ ਹੈ। ਇੱਥੇ ਗੱਲ ਇਹ ਨਹੀਂ ਕਿਸੇ ਮਜ਼ਹਬ ਦੀ ਖਾਤਰ ਲੜੇ, ਇੱਥੇ ਗੱਲ ਇਹ ਹੈ ਹੱਕਾਂ ਦੀ ਖਾਤਰ ਲੜੇ ਕਿ ਹਰ ਮਨੁੱਖ ਨੂੰ ਹੱਕ ਹੈ ਕੋਈ ਵੀ ਧਰਮ ਧਾਰਨ ਕਰਨ ਦਾ। ਹਰ ਮਨੁੱਖ ਦੀ ਆਜ਼ਾਦੀ ਹੈ ਧਰਮ ਦੇ ਲਈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਸੂਲ ਦਿੱਤਾ 9 ਸਾਲ ਦੀ ਉਮਰ ਵਿੱਚ ਕਿ ਜਬਰੀ ਕਿਸੇ ਤੇ ਧਰਮ ਥੋਪਿਆ ਨਹੀਂ ਜਾ ਸਕਦਾ, ਸਾਨੂੰ ਤੁਸੀਂ ਜਬਰੀ ਜਨੇਊ ਪਹਿਨਾ ਨਹੀਂ ਸਕਦੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸੇ ਸਿਧਾਂਤ ਨੂੰ ਸਾਹਮਣੇ ਰੱਖਿਆ, ਜਬਰੀ ਕਿਸੇ ਨੂੰ ਜਨੇਊ ਪਹਿਨਾ ਨਹੀਂ ਸਕਦੇ ਤੇ ਖੋਹ ਵੀ ਨਹੀਂ ਸਕਦੇ, ਜ਼ਬਰਦਸਤੀ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਂਬਲੀ ਸੂਰਮੇ ਨੇ ਜਿਹੜੇ ਮਨੁੱਖੀ ਹੱਕਾਂ ਦੀ ਖਾਤਰ ਲੜੇ, ਹਿਊਮਨ ਰਾਈਟਸ ਦੀ ਖਾਤਰ, ਕਿ ਇੱਕ ਹਿੰਦੂ ਵੀਰ ਨੂੰ ਪੂਰਾ ਹੱਕ ਹੈ ਉਹ ਆਪਣੇ ਧਾਰਮਿਕ ਚਿੰਨ੍ਹ ਪਹਿਨੇ, ਆਪਣੇ ਧਾਰਮਿਕ ਕਰਮ ਕਰੇ। ਇਸੇ ਤਰ੍ਹਾਂ ਇੱਕ ਮੁਸਲਿਮ, ਇੱਕ ਈਸਾਈ ਵੀਰ ਨੂੰ ਹੱਕ ਹੈ ਉਹ ਆਪਣੇ ਕਰਮ ਧਰਮ, ਆਪਣੇ ਨਿਯਮ ਕਰੇ। ਧਰਮ ਦੀ ਹਰ ਇੱਕ ਨੂੰ ਆਜ਼ਾਦੀ ਹੈ। ਉਹਨਾਂ ਦੇ ਹੱਕਾਂ ਦੀ ਖਾਤਰ ਸਤਿਗੁਰੂ ਜੀ ਨੇ ਸ਼ਹਾਦਤ ਦਿੱਤੀ ਚਾਂਦਨੀ ਚੌਂਕ 'ਚ ਜਾ ਕੇ। ਉਸ ਅਵਸਥਾ ਵਿੱਚ ਜੀਵ ਮਹਾਂਬਲੀ ਸੂਰਮਾ ਹੋ ਨਿਪਟਦਾ ਹੈ। ਉੱਥੇ ਯੋਧੇ ਮਹਾਂਬਲੀ ਸੂਰਮੇ ਨੇ ਜਿਹੜੇ ਸੱਚ ਦੀ ਖਾਤਰ ਝੂਠ ਨਾਲ ਟਕਰਾ ਜਾਂਦੇ ਨੇ, ਮਨੁੱਖੀ ਹੱਕਾਂ ਦੀ ਖਾਤਰ ਆਪਾ ਵਾਰ ਜਾਂਦੇ ਨੇ। ਤਿੱਥੈ ਜੋਧ ਮਹਾਂਬਲ ਸੂਰ। ਕਿਉਂ? ਉਹ ਇਹ ਕਿਉਂ ਨਹੀਂ ਦੇਖਦੇ ਮੈਂ ਆਪਣੇ ਧਰਮ ਦੇ ਅਨੁਯਾਈਆਂ ਦੀ ਰੱਖਿਆ ਕਰਾਂ, ਦੂਜੇ ਦੀ ਕਿਉਂ ਕਰਾਂ? ਕਿਉਂਕਿ ਉਹ ਦੂਜੇ ਵਿੱਚੋਂ ਹੁਣ ਰੱਬ ਦੇਖਣ ਲੱਗ ਜਾਂਦੇ ਨੇ। ਤਿੰਨ ਮਹਿ ਰਾਮ ਰਹਾ ਭਰਪੂਰ, ਉਹਨਾਂ ਵਿੱਚ ਰਾਮ ਰਮਿਆ ਸਮਾ ਜਾਂਦਾ ਹੈ। ਫਿਰ ਰਮੇ ਹੋਏ ਰਾਮ ਨੂੰ ਸਾਰਿਆਂ 'ਚ ਦੇਖਦੇ ਨੇ। ਇਸ ਕਰਕੇ ਸਾਰਿਆਂ ਦੇ ਹੱਕਾਂ ਦੀ ਰਾਖੀ ਕਰਦੇ ਨੇ, ਸਾਰਿਆਂ ਦੀ ਸੰਭਾਲ ਕਰਦੇ ਨੇ। ਧਰਮੀ ਬੰਦਾ ਸਵਾਰਥੀ ਨਹੀਂ ਹੁੰਦਾ। ਜਿਹੜਾ ਸਿਰਫ ਆਪਣੇ ਲਈ ਸੋਚਦਾ ਹੈ ਨਾ ਕਿ ਮੈਂ ਧਰਮੀ ਹੋ ਜਾਵਾਂ, ਦੁਨੀਆ ਜਾਏ ਖੂਹ 'ਚ, ਉਹ ਧਰਮੀ ਨਹੀਂ। ਮੈਂ ਆਪਣੇ ਘਰ ਵਿੱਚ ਫੁੱਲਾਂ ਦੀ ਬਗੀਚੀ ਖੜਾ ਲਵਾਂ, ਮੇਰੇ ਘਰ ਵਿੱਚ ਫੁੱਲ ਖਿੜੇ ਹੋਏ ਹੋਣ, ਆਪਣੇ ਘਰ ਨੂੰ ਸੁਗੰਧਿਤ ਕਰ ਲਵਾਂ, ਪਰ ਮੇਰੇ ਘਰ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਣ, ਮੇਰੀ ਫੁੱਲਾਂ ਦੀ ਸੁਗੰਧੀ ਕਿੰਨਾ ਕੁ ਚਿਰ ਬਚੇਗੀ? ਮੈਨੂੰ ਕੀ ਕਰਨਾ ਪਏਗਾ? ਆਪਣੇ ਆਲੇ ਦੁਆਲੇ ਦੀ ਵੀ ਸਫਾਈ ਕਰਨੀ ਪਏਗੀ, ਉਹਦੇ ਨਾਲ ਮੇਰੇ ਘਰ ਦੇ ਫੁੱਲਾਂ ਦੀ ਸੁਗੰਧੀ ਬਚੀ ਰਹੇਗੀ। ਤੇ ਕੇਵਲ ਮੇਰਾ ਘਰ ਹੀ ਸੁਗੰਧਿਤ ਨਹੀਂ ਹੋਏਗਾ, ਮੇਰੇ ਘਰ ਵਿੱਚੋਂ ਫੁੱਲਾਂ ਦੀ ਸੁਗੰਧੀ ਉੱਡ ਕੇ ਬਾਹਰ ਜਾਏਗੀ। ਕੋਈ ਰਾਹੀ, ਕੋਈ ਮੁਸਾਫਰ ਲੰਘੇਗਾ, ਉਹ ਵੀ ਖੁਸ਼ੀ ਲੈ ਕੇ, ਸੁਗੰਧੀ ਲੈ ਕੇ ਲੰਘੇਗਾ, ਖੁਸ਼ ਹੋ ਕੇ ਜਾਏਗਾ। ਧਰਮੀ ਬੰਦਾ ਸਵਾਰਥੀ ਨਹੀਂ ਹੁੰਦਾ। ਉਹ ਸਿਰਫ ਆਪਣੇ ਲਈ ਨਹੀਂ ਸੋਚਦਾ, ਉਹ ਸਮਾਜ ਲਈ ਵੀ ਸੋਚਦਾ ਹੈ, ਦੂਜਿਆਂ ਦੇ ਹੱਕਾਂ ਦੀ ਵੀ ਰਾਖੀ ਕਰਦਾ ਹੈ। ਜਦੋਂ ਸਾਰਿਆਂ 'ਚੋਂ ਰਾਮ ਨੂੰ ਦੇਖਦਾ ਹੈ, ਫਿਰ ਹਰ ਰਾਮ ਦਾ ਸਹਿਯੋਗ ਕਰਦਾ ਹੈ, ਹਰ ਰਾਮ ਦੀ ਸੇਵਾ ਕਰਦਾ ਹੈ। ਇਹੀ ਕਾਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕੇਵਲ ਆਪਣੇ ਗੁਰੂ ਗ੍ਰੰਥ, ਗੁਰੂ ਪੰਥ, ਆਪਣੇ ਬਾਣੀ,
ਆਪਣੇ ਸਮਾਜ ਬਾਰੇ ਨਹੀਂ ਸੋਚ ਰਹੇ, ਪੂਰੀ ਦੁਨੀਆ ਬਾਰੇ ਸੋਚ ਰਹੇ ਨੇ। ਤਾਂ ਹੀ ਸਾਡੇ ਇਤਿਹਾਸਕਾਰਾਂ ਨੇ ਲਿਖਿਆ, ਪ੍ਰਗਟ ਭਏ ਸ਼੍ਰੀ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕੇਵਲ ਹਿੰਦ ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਪੂਰੀ ਸ੍ਰਿਸ਼ਟੀ ਦੇ ਧਰਮਾਂ ਦੀ ਇੱਜ਼ਤ ਟੱਕ ਲਈ, ਮਨੁੱਖੀ ਹੱਕਾਂ ਦੀ ਰਖਵਾਲੀ ਦੇ ਲਈ ਆਪਾ ਵਾਰ ਗਏ। ਇਹ ਉਹ ਅਵਸਥਾ ਹੈ ਜਦੋਂ ਦੂਜੇ 'ਚੋਂ ਰਾਮ ਦੇਖਿਆ ਜਾਂਦਾ ਹੈ, ਰਮਿਆ ਹੋਇਆ ਰਾਮ ਅੰਦਰ ਵਸ ਜਾਂਦਾ ਹੈ। ਇਹੀ ਮੇਰੀ ਆਤਮਾ ਦਾ ਰਾਮ ਦੂਸਰੀ ਆਤਮਾ ਦੇ ਵਿੱਚ ਵੀ ਵਸਿਆ ਹੋਇਆ ਹੈ। ਤੇ ਉਦੋਂ ਫਿਰ ਦੂਜਿਆਂ ਦੀ ਖਾਤਰ ਵੀ ਸ਼ਹਾਦਤਾਂ ਹੁੰਦੀਆਂ ਨੇ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਉਹ ਆਤਮ ਰਾਮ ਜਿਹੜਾ ਮੇਰੇ ਅੰਦਰ ਰਮਿਆ, ਦੂਜੇ ਦੀ ਆਤਮਾ ਵਿੱਚ ਵੀ ਉਹੀ ਰਾਮ ਹੈ। ਫਿਰ ਉਹੀ ਨਜ਼ਰ ਆਉਂਦਾ ਹੈ, ਉਹੀ ਦਿਸਦਾ ਹੈ, ਉਹੀ ਬੋਲਦਾ ਹੈ, ਉਹੀ ਸੁਣਾਈ ਦਿੰਦਾ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੈ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਤਮ ਦਾ ਹੀ ਤੇ ਪਸਾਰੇ, ਹਰ ਆਤਮ ਚ ਰਾਮ ਹੀ ਤੇ ਹੈ। ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਧਰਮੀਆਂ ਦੇ ਜੀਵਨ ਦੇ ਵਿੱਚ ਰਾਮ ਰਵਿਆ ਜਾਂਦਾ ਹੈ, ਰਾਮ 'ਚ ਉਹ ਰਮੇ ਜਾਂਦੇ ਹਨ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਉਸ ਬਖਸ਼ਿਸ਼ ਦੀ ਅਵਸਥਾ ਵਿੱਚ ਐਸੇ ਜੀਵ ਜਿਹੜੇ ਨੇ ਪ੍ਰਭੂ ਦੀ ਮਹਿਮਾ 'ਚ ਸੀਤੇ ਜਾਂਦੇ ਨੇ। ਸੀਤੋ ਸੀਤਾ ਮੈਨੇ ਸੀਤੇ ਜਾਣਾ, ਪਰੋਤੇ ਜਾਣਾ, ਇੱਕ ਮਿੱਕ ਹੋ ਜਾਂਦੇ ਨੇ। ਮਾਨੋ ਜਿਵੇਂ ਕੋਈ ਮਸ਼ੀਨ ਦੇ ਵਿੱਚ ਦੋ ਕੱਪੜੇ ਲਗਾ ਕੇ ਸਿਲਾਈ ਲਗਾਵੇ, ਉੱਪਰੋਂ ਤੇ ਧਾਗਾ ਪਾਇਆ ਹੋਵੇ, ਅੰਦਰ ਫਿਰਕੀ 'ਚ ਧਾਗਾ ਨਾ ਪਾਇਆ ਹੋਵੇ ਤੇ ਕੱਪੜਾ ਜੁੜਦਾ ਨਹੀਂ। ਹਾਂ, ਬਾਹਰਲਾ ਧਾਗਾ ਤੇ ਫਿਰਕੀ ਵਾਲਾ ਧਾਗਾ ਮਿਲ ਕੇ ਇੱਕ ਵਿਸ਼ੇਸ਼ ਗੰਢ ਲਗਾਉਂਦੇ ਨੇ, ਕੱਪੜਾ ਜੁੜ ਜਾਂਦਾ ਹੈ। ਜਦੋਂ ਮਹਿਮਾ 'ਚ ਸੀਤੇ ਜਾਂਦੇ ਨੇ, ਉਹਨਾਂ ਦੀ ਜ਼ੁਬਾਨ ਤੇ ਵੀ ਸੱਚ ਹੁੰਦਾ, ਉਹਨਾਂ ਦੇ ਅੰਦਰ ਵੀ ਸੱਚ ਹੁੰਦਾ ਹੈ, ਉਹਨੂੰ ਸੀ ਦਿੰਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਉਬਾਸੀਆਂ ਆਉਂਦੀਆਂ ਨੇ, ਸਾਡੇ ਗੋਡੇ ਦਰਦ ਕਰਦੇ ਨੇ, ਸਾਡਾ ਮਨ ਕਿਤੇ ਹੋਰ ਚਲਾ ਜਾਂਦਾ ਹੈ। ਕਾਰਨ ਸਾਡਾ ਤਾਲਮੇਲ ਨਹੀਂ ਬਹਿ ਰਿਹਾ, ਗੰਢ ਨਹੀਂ ਲੱਗ ਰਹੀ। ਫਿਲਮ ਦੇਖਦੇ ਹਾਂ, ਬੜਾ ਆਨੰਦ ਆਉਂਦਾ ਹੈ, 3 ਘੰਟੇ ਪਤਾ ਹੀ ਨਹੀਂ ਕਦੋਂ ਲੰਘ ਗਏ। ਉਸ ਤੋਂ ਬਾਅਦ ਦੁਬਾਰਾ ਵੀ ਫਿਲਮ ਦੇਖੀ ਜਾ ਸਕਦੀ ਹੈ, ਹੋਰ ਵੀ ਦੇਖੀ ਜਾ ਸਕਦੀ, ਅਗਲੇ 3 ਘੰਟੇ ਫਿਰ ਬੈਠਿਆ ਜਾ ਸਕਦਾ ਹੈ। ਕਿਉਂ? ਕਿਉਂਕਿ ਜੋ ਸਿਨੇਮੇ ਦੇ ਪਰਦੇ ਤੇ ਚੱਲ ਰਿਹਾ ਹੈ, ਸਾਡੇ ਅੰਦਰ ਵੀ ਉਹੀ ਚੱਲ ਰਿਹਾ, ਤਾਲਮੇਲ ਬਹਿ ਗਿਆ। ਜੋ ਬਾਹਰੋਂ ਸਿਨੇਮੇ ਤੇ ਦਿਖਾਇਆ ਜਾ ਰਿਹਾ ਉਹੀ ਕੁਝ ਸਾਡੇ ਅੰਦਰ ਚੱਲ ਰਿਹਾ, ਤਾਲਮੇਲ ਬਹਿ ਜਾਂਦਾ ਹੈ। ਪਰ ਜਦੋਂ ਅਸੀਂ ਬਾਹਰੋਂ ਬਾਣੀ ਸੁਣਦੇ ਹਾਂ, ਅੰਦਰ ਸਾਡੇ ਨਿੰਦਿਆ, ਚੁਗਲੀ, ਝੂਠ, ਨਫ਼ਰਤ, ਈਰਖਾ ਅੰਦਰ ਔਗਣ ਹੁੰਦੇ ਨੇ, ਤਾਲਮੇਲ ਬੈਠਦਾ ਨਹੀਂ ਹੈ। ਬਾਹਰ ਸੱਚ ਚੱਲ ਰਿਹਾ, ਅੰਦਰ ਝੂਠ ਚੱਲ ਰਿਹਾ, ਤਾਲਮੇਲ ਕਿਵੇਂ ਬੈਠੇ? ਤਾਲਮੇਲ ਉਦੋਂ ਬੈਠੇਗਾ ਜਦੋਂ ਸੱਚ ਸਾਡੇ ਅੰਦਰ ਵਸ ਜਾਏਗਾ। ਅਸੀਂ ਸੱਚ ਵਿੱਚ ਸੀਤੇ ਜਮਾਂਗੇ। ਜ਼ੁਬਾਨ ਤੇ ਸੱਚ ਹੋਏਗਾ, ਅੱਖਾਂ 'ਚ ਸੱਚ ਹੋਏਗਾ, ਕੰਨਾਂ 'ਚ ਸੱਚ ਹੋਏਗਾ, ਕਰਮਾਂ 'ਚ ਸੱਚ ਹੋਏਗਾ, ਸਾਡੇ ਅੰਦਰ ਵੀ ਸੱਚ ਹੋ ਜਾਏਗਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਠਾਉ ਅਸੀਂ ਰਤੇ ਜਾਵਾਂਗੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਉਸ ਅਵਸਥਾ ਵਿੱਚ ਜੀਵ ਰੱਬੀ ਮਹਿਮਾ 'ਚ ਸੀਤੇ ਜਾਂਦੇ ਨੇ, ਪਰੋਏ ਜਾਂਦੇ ਹਨ। ਤਾਕੇ ਰੂਪ ਨਾ ਕਥਨੇ ਜਾਹੇ, ਤੇ ਇਹੋ ਜਿਹੇ ਸਚਿਆਰ ਮਨੁੱਖਾਂ ਦਾ ਰੂਪ ਕਿਵੇਂ ਕਥਿਆ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਸੱਚ ਵਸ ਜਾਂਦਾ ਹੈ? ਕਿਵੇਂ ਕਥਨ ਹੋਏਗਾ? ਉਹਨਾਂ ਦੀ ਖੂਬਸੂਰਤੀ ਬਿਆਨ ਨਹੀਂ ਹੋ ਸਕਦੀ। ਬਾਹਰ ਦੇ ਨੈਣ ਨਕਸ਼ ਸੋਹਣੇ ਹੋਣ, ਕੱਪੜੇ ਸੋਹਣੇ ਹੋਣ, ਅੰਦਰ ਝੂਠ ਹੋਵੇ, ਮਨੁੱਖ ਸੋਹਣਾ ਨਹੀਂ। ਬਾਹਰੋਂ ਕੱਪੜੇ ਫਟੇ ਪੁਰਾਣੇ ਹੋਣ, ਨੈਣ ਨਕਸ਼ ਵਧੀਆ ਨਾ ਹੋਣ, ਜੇ ਅੰਦਰ ਸੱਚਾਈ ਹੈ ਤੇ ਉਹ ਮਨੁੱਖ ਬੜਾ ਸੋਹਣਾ ਹੈ। ਧਰਮ ਦੀ ਦੁਨੀਆ 'ਚ ਉਹ ਸੋਹਣਾ ਮੰਨਿਆ ਜਾਂਦਾ ਹੈ। ਉਹਨਾਂ ਦਾ ਰੂਪ ਦੱਸਿਆ ਨਹੀਂ ਜਾ ਸਕਦਾ। ਨਾ ਉਹ ਮਰੇ ਨਾ ਠਾਗੇ ਜਾਹੇ। ਫਿਰ ਉਹ ਧਰਮੀ ਪੁਰਖ ਬਖਸ਼ਿਸ਼ ਦੀ ਅਵਸਥਾ 'ਚ ਜੀਣ ਵਾਲੇ, ਉਹ ਮਰਦੇ ਨਹੀਂ ਹਨ। ਮਰਦੇ ਨਹੀਂ ਭਾਵ ਸਰੀਰਕ ਤੌਰ ਤੇ ਨਹੀਂ, ਸਰੀਰਕ ਤੌਰ ਤੇ ਜਿਹਦਾ ਜਨਮ ਹੈ, ਮੌਤ ਨਿਸ਼ਚਿਤ ਹੈ, ਜਨਮੰ ਤਾਂ ਮਰਣੰ, ਆਤਮਕ ਮੌਤੇ ਨਹੀਂ ਮਰਦੇ। ਅਸੀਂ ਝੂਠ ਬੋਲਦੇ ਹਾਂ, ਸਾਡੇ ਅੰਦਰ ਕੁਝ ਮਰ ਜਾਂਦਾ ਹੈ। ਗਰੀਬ ਦਾ ਹੱਕ ਮਾਰ ਕੇ ਲਿਆਉਂਦੇ ਹਾਂ, ਸਾਡੀ ਜ਼ਮੀਰ ਮਰ ਜਾਂਦੀ ਹੈ। ਬੇਈਮਾਨੀ ਕਰਦੇ ਹਾਂ, ਸਾਡੀ ਇਨਸਾਨੀਅਤ ਮਰ ਜਾਂਦੀ ਹੈ। ਕਿਸੇ ਦੀ ਮਾਇਆ ਚੋਰੀ ਕਰਦੇ ਹਾਂ, ਸਾਡੇ ਅੰਦਰ ਕੁਝ ਮਰ ਜਾਂਦਾ ਹੈ। ਕਿਸੇ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਦੇਖਦੇ ਹਾਂ, ਸਾਡੇ ਅੰਦਰ ਇਨਸਾਨੀਅਤ ਮਰ ਜਾਂਦੀ ਹੈ। ਅਸੀਂ ਤੇ ਮਰ ਜਾਂਦੇ ਹਾਂ। ਉਸ ਅਵਸਥਾ ਵਿੱਚ ਧਰਮੀ ਪੁਰਖ ਮਰਦੇ ਨਹੀਂ ਹਨ, ਸੱਚ ਬੋਲ ਕੇ ਜਿਉਂਦੇ ਨੇ। ਸਿਫਤ ਕਰਕੇ ਉਹਨਾਂ ਦੀ ਆਤਮਾ ਜਿਉਂਦੀ ਹੈ, ਹੱਕ ਦੀ ਕਮਾਈ ਕਰਕੇ ਇਨਸਾਨੀਅਤ ਜਿਉਂਦੀ ਹੈ, ਸੰਸਾਰ ਦਾ ਭਲਾ ਕਰਕੇ ਮਨੁੱਖਤਾ ਨੂੰ ਜਿਉਂਦਾ ਰੱਖਦੇ ਨੇ। ਨਾ ਉਹ ਮਰੇ, ਉਹ ਵਿਕਾਰਾਂ 'ਚ ਹੁਣ ਮਰਦੇ ਨਹੀਂ ਹਨ। ਨਾ ਠਾਗੇ ਜਾਹੇ। ਠਾਗੇ ਜਾਏ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਠੱਗ ਕੋਈ ਨਹੀਂ ਸਕਦਾ, ਕਿ ਉਹ ਬੜੇ ਚਲਾਕ ਹੋ ਜਾਂਦੇ ਨੇ। ਚਲਾਕ ਨਹੀਂ, ਸਗੋਂ ਐਸੇ ਭੋਲੇ ਭਾਲੇ ਲੋਕਾਂ ਨੂੰ ਜ਼ਿਆਦਾ ਲੋਕ ਠੱਗ ਲੈਂਦੇ ਨੇ। ਇਮੋਸ਼ਨਲ ਬਲੈਕਮੇਲ ਕਰ ਲਿੱਤਾ ਜਾਂਦਾ ਹੈ। ਐਸੇ ਭੋਲੇ ਭਾਲੇ ਲੋਕਾਂ ਨੂੰ ਜ਼ਿਆਦਾ ਠੱਗਿਆ ਜਾਂਦਾ ਹੈ। ਕੋਈ ਮਾਇਆ ਕਰਕੇ ਠੱਗ ਲੈਂਦਾ, ਕੋਈ ਚੀਜ਼ ਕਰਕੇ ਠੱਗ ਲੈਂਦਾ,
ਕਿਉਂ? ਉਹ ਦਇਆ ਨਾਲ ਭਰੇ ਨੇ, ਉਹ ਤਰਸ ਖਾ ਲੈਂਦੇ ਨੇ, ਉਹ ਗੱਲਾਂ 'ਚ ਆ ਜਾਂਦੇ ਨੇ, ਭੋਲੇ ਭਾਲੇ ਨੇ, ਚਲਾਕ ਨਹੀਂ ਹਨ। ਦੁਨਿਆਵੀ ਤੌਰ ਤੇ ਠੱਗੇ ਜਾ ਸਕਦੇ ਨੇ, ਪਰ ਉਹ ਧਰਮ ਦੀ ਦੁਨੀਆ 'ਚ ਨਹੀਂ ਠੱਗੇ ਜਾਣਗੇ। ਕੋਸ਼ਿਸ਼ ਕੀਤੀ ਗਈ, ਛੋਟੇ ਸਾਹਿਬਜ਼ਾਦੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ। ਛੱਡ ਦਿਓ ਸੱਚ ਨੂੰ, ਤੁਹਾਨੂੰ ਰਾਜ ਭਾਗ ਦੇ ਦਿਆਂਗੇ। ਛੱਡ ਦਿਓ ਸਿੱਖੀ ਨੂੰ, ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦਿਆਂਗੇ। ਛੱਡ ਦਿਓ ਧਰਮ ਨੂੰ, ਤੁਹਾਨੂੰ ਬਾਦਸ਼ਾਹ ਦੇ ਖਾਸ ਦਰਬਾਰੀ ਬਣਾ ਦਿਆਂਗੇ। ਛੱਡ ਦਿਓ ਤੁਸੀਂ ਸੱਚਾਈ ਨੂੰ, ਛੱਡ ਦਿਓ ਸਿਦਕ ਨੂੰ, ਦੁਨੀਆ ਦੀ ਧਨ ਦੌਲਤ ਤੁਹਾਡੇ ਕਦਮਾਂ 'ਚ ਢੇਰ ਲਾ ਦਿਆਂਗੇ। ਪਰ ਸਾਹਿਬਜ਼ਾਦੇ ਠੱਗੇ ਨਹੀਂ ਗਏ, ਲਾਲਚ 'ਚ ਨਹੀਂ ਆਏ। ਉਹ ਆਖਦੇ ਨਹੀਂ ਸੀ ਸੱਚ ਤੇ ਅਡੋਲ ਹਾਂ, ਧਰਮ ਤੇ ਖੜੇ ਹਾਂ, ਸਿਦਕ 'ਚ ਪੱਕੇ ਹਾਂ। ਸਾਡੇ ਤਨ ਦੇ ਟੁਕੜੇ ਕਰ ਸਕਦੇ ਹੋ, ਪਰ ਅਸੀਂ ਡੋਲਾਂਗੇ ਨਹੀਂ। ਉਹਨਾਂ ਨੇ ਠੱਗਣ ਦੀ ਕੋਸ਼ਿਸ਼ ਕੀਤੀ ਲਾਲਚ ਦੇ ਕੇ, ਪਰ ਸਾਹਿਬਜ਼ਾਦੇ ਠੱਗੇ ਨਹੀਂ ਗਏ। ਉਹ ਸੱਚ ਤੇ ਅਡੋਲ ਰਹੇ। ਉਸ ਅਵਸਥਾ 'ਚ ਠੱਗਿਆ ਨਹੀਂ ਜਾ ਸਕਦਾ। ਨਾ ਉਹ ਮਰੇ, ਨਾ ਠਾਗੇ ਜਾਹੇ। ਆਤਮਿਕ ਤੌਰ ਤੇ ਮਰਦੇ ਨਹੀਂ ਹਨ, ਨਾ ਉਹ ਵਿਕਾਰਾਂ ਦੇ ਹੱਥੋਂ ਠੱਗੇ ਜਾਂਦੇ ਹਨ। ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਮਨਾਂ 'ਚ ਰਾਮ ਆ ਕੇ ਵਸ ਜਾਂਦਾ ਹੈ, ਕੌਣ ਉਹਨਾਂ ਨੂੰ ਠੱਗ ਸਕਦਾ ਹੈ? ਔਰ ਰਾਮ ਦੀ ਤਾਕਤ ਉਹਨਾਂ ਅੰਦਰ ਕੰਮ ਕਰਦੀ, ਉਹ ਸਾਰਿਆਂ 'ਚੋਂ ਰਾਮ ਦੇਖਦੇ ਨੇ। ਤਿੱਥੈ ਭਗਤ ਵਸੈ ਕੇ ਲੋ। ਕੇਵਲ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਕੇਵਲ ਸਿੱਖਾਂ ਲਈ ਹੈ। ਸਚਿਆਰ ਕੋਈ ਵੀ ਬਣ ਸਕਦਾ ਹੈ। ਇਸ ਅਵਸਥਾ ਨੂੰ ਕੋਈ ਵੀ ਪਾ ਸਕਦਾ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਚੈਨੀ, ਪਾਰਸੀ, ਬੋਧੀ, ਯਹੂਦੀ, ਇੱਥੋਂ ਤੱਕ ਆਸਤਿਕ, ਨਾਸਤਿਕ ਜਿਹੜਾ ਰੱਬ ਨੂੰ ਨਹੀਂ ਮੰਨਦਾ। ਅਨੇਕਾਂ ਭਵਨਾਂ ਦੇ ਅਨੇਕਾਂ ਐਸੇ ਲੋਕ ਨੇ ਜਿਹੜੇ ਇਸ ਅਵਸਥਾ 'ਚ ਆ ਕੇ ਭਗਤ ਬਣ ਜਾਂਦੇ ਨੇ। ਤਿੱਥੈ ਭਗਤ ਵਸੈ ਕੇ ਲੋ। ਇਸ ਕਰਮਖੰਡ ਦੀ ਅਵਸਥਾ ਵਿੱਚ ਅਨੇਕਾਂ ਭਗਤ ਵਸਦੇ ਨੇ, ਅਨੇਕਾਂ ਲੋਹਾਂ, ਅਨੇਕਾਂ ਧਰਤੀਆਂ ਦੇ ਲੋਕ ਜਿਹੜੇ ਇਸ ਅਵਸਥਾ ਵਿੱਚ ਆ ਕੇ ਭਗਤ ਬਣ ਜਾਂਦੇ ਨੇ। ਕੋਈ ਵਿਤਕਰਾ ਨਹੀਂ, ਕੋਈ ਵੀ ਇਨਸਾਨ ਸੱਚਿਆਰ ਬਣ ਸਕਦਾ ਹੈ, ਸਿਰਫ ਇਹਨਾਂ ਗੁਣਾਂ ਨੂੰ ਧਾਰਨ ਕਰਕੇ। ਕਰੇ ਆਨੰਦ ਸੱਚਾ ਮਨ ਸੋਏ। ਉਹ ਜਿਹੜੇ ਧਰਮੀ ਪੁਰਖ ਨੇ, ਫਿਰ ਉਹ ਆਨੰਦ ਮਾਣਦੇ ਹਨ। ਉਹਨਾਂ ਦੇ ਅੰਦਰ ਸੱਚਾ ਵਸਦਾ ਹੈ, ਉਹਨਾਂ ਦਾ ਆਨੰਦ ਮੁੱਕਦਾ ਨਹੀਂ। ਅਸੀਂ ਪ੍ਰਸ਼ਾਦਾ ਛਕਿਆ, ਸਬਜ਼ੀ ਬੜੀ ਸਵਾਦ ਕਹਿ ਦਿੱਤਾ, ਆਨੰਦ ਆ ਗਿਆ। ਜਰਾ ਕੁਝ ਨਾ ਲੂਣ ਮਿਰਚ ਜ਼ਿਆਦਾ ਪਿਆ, ਸਾਡਾ ਆਨੰਦ ਉੱਡ ਪੁੱਡ ਜਾਂਦਾ ਹੈ, ਥਾਲੀਆਂ ਭੌਂ ਕੇ ਮਾਰਦੇ ਹਾਂ ਅਸੀਂ। ਉਹਨਾਂ ਦਾ ਆਨੰਦ ਨਹੀਂ ਮੁੱਕਦਾ। ਬੰਦ ਕੱਟੇ ਜਾ ਰਹੇ ਨੇ, ਉਹ ਆਨੰਦ ਦੇ ਵਿੱਚ ਨੇ। ਉਹਨਾਂ ਦਾ ਆਨੰਦ ਸਦਾ ਹੈ। ਕਰੇ ਆਨੰਦ ਸੱਚਾ ਮਨ ਸੋਏ। ਉਹਨਾਂ ਦੇ ਮਨਾਂ 'ਚ ਸੱਚਾ ਵਸ ਗਿਆ, ਸੱਚ ਉਹਨਾਂ ਦੇ ਅੰਦਰ ਟਿਕ ਗਿਆ। ਸੱਚਖੰਡ ਵਸੈ ਨਿਰੰਕਾਰ। ਹੁਣ ਪੰਜਵਾਂ ਖੰਡ ਆ ਗਿਆ, ਸੱਚ ਦੀ ਅਵਸਥਾ। ਉਹ ਅਵਸਥਾ ਹੈ ਵਸੈ ਨਿਰੰਕਾਰ, ਜਿੱਥੇ ਸਾਰਿਆਂ 'ਚੋਂ ਰੱਬ ਅਵਸਥਾ ਨਜ਼ਰ ਆਉਂਦਾ ਹੈ। ਇੱਥੇ ਕਈਆਂ ਨੇ ਕਿਹਾ ਕਿ ਮਰਨ ਤੋਂ ਬਾਅਦ ਵੱਖੋ ਵੱਖਰੇ ਸਟੇਸ਼ਨ ਆਉਂਦੇ ਨੇ, ਫਿਰ ਅੱਗੇ ਜਾ ਕੇ ਸੱਚਖੰਡ ਹੁੰਦਾ ਹੈ। ਗੁਰੂ ਜੀ ਜਿਉਂਦਿਆਂ ਜੀ ਦੀ ਗੱਲ ਕਰ ਰਹੇ ਨੇ। ਖੰਡ ਮੈਨੇ ਅਵਸਥਾ, ਜਿਵੇਂ ਧਰਮ, ਗਿਆਨ, ਸ਼ਰਮ, ਕਰਮ, ਉਦਾਂ ਹੀ ਸੱਚ ਦੀ ਅਵਸਥਾ ਕੀ ਹੈ? ਵਸੈ ਨਿਰੰਕਾਰ। ਜਦੋਂ ਸਾਰਿਆਂ 'ਚੋਂ ਰੱਬ ਵਸਦਾ ਨਜ਼ਰ ਆਉਂਦਾ ਹੈ, ਕਰ ਕਰ ਵੇਖੈ ਨਦਰ ਨਿਹਾਲ, ਉਦੋਂ ਸਮਝ ਪੈਂਦੀ ਹੈ ਜੀਵ ਨੂੰ, ਪ੍ਰਭੂ ਆਪ ਹੀ ਤੇ ਜੀਵਨ ਨੂੰ ਪੈਦਾ ਕਰਕੇ ਸਮਾਇਆ ਹੋਇਆ, ਆਪ ਹੀ ਤੇ ਵੇਖਿਆ ਸੰਭਾਲ ਕਰ ਰਿਹਾ, ਆਪ ਹੀ ਸਾਰਿਆਂ ਦੇ ਉੱਪਰ ਮਿਹਰ ਦੀ ਨਜ਼ਰ ਕਰਕੇ ਨਿਹਾਲ ਕਰ ਰਿਹਾ। ਕਰ ਕਰ ਵੇਖੈ ਨਦਰ ਨਿਹਾਲ, ਆਪ ਹੀ ਵੇਖ ਰਿਹਾ, ਵਾਚ ਰਿਹਾ, ਸਾਡੇ ਗੁਣਾਂ ਨੂੰ ਦੇਖ ਰਿਹਾ ਹੈ। ਮੈਂ ਝੂਠ ਬੋਲਦਾ ਹਾਂ, ਮੇਰੇ ਗੁਣਾਂ ਨੂੰ ਦੇਖ ਰਿਹਾ, ਸੱਚ ਬੋਲਦਾ ਦੇਖ ਰਿਹਾ। ਕੋਈ ਬੱਚਾ ਨਹੀਂ ਪੜ੍ਹਾਈ ਕਰ ਰਿਹਾ, ਉਹ ਆਪਣੇ ਨਿਯਮਾਂ ਦੇ ਵਿੱਚ ਨੂੰ ਫਲ ਦੇ ਰਿਹਾ, ਫੇਲ ਕਰ ਰਿਹਾ, ਇਹ ਨਹੀਂ ਦੇਖ ਨਹੀਂ ਰਿਹਾ। ਕੋਈ ਬੱਚਾ ਪੜ੍ਹ ਰਿਹਾ, ਉਹ ਤਾਂ ਵੀ ਵੇਖ ਰਿਹਾ ਕਿ ਇਹਨੇ ਪੜ੍ਹਾਈ ਕੀਤੀ, ਨੰਬਰ ਦੇ ਰਿਹਾ, ਪਾਸ ਕਰ ਰਿਹਾ, ਹਰ ਕਰਮ ਦਾ ਫਲ ਦੇ ਰਿਹਾ ਹੈ। ਕਰ ਕਰ ਵੇਖੈ ਨਦਰ ਨਿਹਾਲ। ਤੇ ਜਦੋਂ ਕੋਈ ਸ਼ੁਭ ਕਰਮ ਕਰਕੇ ਉਹਦੀ ਨਜ਼ਰ ਦਾ ਪਾਤਰ ਬਣ ਜਾਂਦਾ ਹੈ, ਉਹਨੂੰ ਨਿਹਾਲ ਕਰ ਦਿੰਦਾ ਹੈ, ਉਹਦੀ ਜ਼ਿੰਦਗੀ ਆਨੰਦਿਤ ਕਰ ਦਿੰਦਾ ਹੈ। ਵੇਖੈ ਵਿਗਸੈ ਕਰ ਵਿਚਾਰ, ਉਹ ਵੇਖਦਾ ਵੀ ਹੈ, ਵੇਖ ਕੇ ਖੁਸ਼ ਹੋ ਰਿਹਾ, ਆਨੰਦਿਤ ਹੋ ਰਿਹਾ। ਕਰ ਵਿਚਾਰ, ਸਾਡੇ ਕਰਮਾਂ ਦੀ ਨਾਲੋਂ ਨਾਲ ਵਿਚਾਰ ਕਰ ਰਿਹਾ ਹੈ। ਤੇ ਜਿਹੜਾ ਸ਼ੁਭ ਗੁਣਾਂ ਨੂੰ ਜਾਣਦਾ, ਫਿਰ ਠੱਗਿਆ ਨਹੀਂ ਜਾਂਦਾ। ਆਮ ਲੋਕ ਠੱਗੇ ਜਾਂਦੇ ਨੇ। ਜਿਹੜੇ ਲੋਕ ਵਿਕਾਰਾਂ ਹੱਥੋਂ ਠੱਗੇ ਗਏ, ਇਹਦਾ ਮਤਲਬ ਉਹਨਾਂ ਨੇ ਅਜੇ ਤੱਕ ਉਹਨਾਂ ਗੁਣਾਂ ਦੀ ਵਿਚਾਰ ਨਹੀਂ ਕੀਤੀ। ਔਰ ਬਹੁਤ ਸਾਰੇ ਐਸੇ ਠੱਗਣ ਵਾਲੇ ਨੇ ਜਿਹੜੇ ਠੱਗ ਵੀ ਲੈਂਦੇ ਨੇ, ਉਹ ਵੀ ਡਰਾਮੇ ਕਰ ਰਹੇ ਨੇ ਧਰਮੀ ਹੋਣ ਦਾ। ਯਾਦ ਰੱਖਿਓ, ਬਗਲਾ ਵੀ ਧਿਆਨ ਲਗਾਉਂਦਾ ਹੈ। ਇੱਕ ਲੱਤ ਦੇ ਭਰ ਪਾਣੀ 'ਚ ਖੜਾ ਹੈ, ਅੱਖਾਂ ਬੰਦ ਨੇ, ਵਿੱਚ ਇੱਕ ਅੱਧੀ ਅੱਖ ਖੋਲ ਕੇ ਦੇਖ ਲੈਂਦਾ ਮੱਛੀ ਨੇੜੇ ਤੇ ਨਹੀਂ ਆਈ, ਕਿਉਂਕਿ ਉਹਦਾ ਸਾਰਾ ਮਨੋਰਥ ਮੱਛੀ ਨੂੰ ਫੜਨ ਦਾ ਹੈ। ਅਨੇਕਾਂ ਪਖੰਡੀ ਜੋਤਸ਼ੀ ਸਾਧ ਸੰਤ ਐਸੇ ਨੇ, ਬਗਲੇ ਦੇ ਹੱਥੋਂ ਤੇ ਭਾਵੇਂ ਕੋਈ ਮੱਛੀ ਬਚ ਜਾਏ, ਇਹਨਾਂ ਦੇ ਪਕੜ 'ਚੋਂ ਕੋਈ ਨਹੀਂ ਬਚਦਾ। ਲੋਕ ਠੱਗੇ ਜਾ ਰਹੇ ਨੇ, ਔਰ ਜਿਹੋ ਜਿਹੀ ਕਰਮ ਕਰ ਰਹੇ ਨੇ, ਫਲ ਮਿਲ ਰਿਹਾ ਹੈ। ਗੁਰੂ ਜੀ ਆਖਦੇ ਨੇ, ਜਦੋਂ
ਕੋਈ ਸੱਚ ਨੂੰ ਜੀਵਨ 'ਚ ਵਸਾ ਲੈਂਦਾ ਹੈ, ਉਹ ਠੱਗਿਆ ਨਹੀਂ ਜਾਂਦਾ, ਉਹਨੂੰ ਲੁੱਟਿਆ ਨਹੀਂ ਜਾ ਸਕਦਾ, ਉਹ ਆਤਮਿਕ ਮੌਤ 'ਤੇ ਮਰਦਾ ਨਹੀਂ ਹੈ। ਉਹ ਆਪਣੇ ਵਿਚਾਰ ਕਰਦਾ ਹੈ, ਜਿਹੋ ਜਿਹੀ ਵਿਚਾਰ ਗੁਣਾਂ ਦੀ ਕਰਦਾ ਹੈ, ਉਹ ਮਾਲਕ ਦੇ ਦਰ ਤੇ ਪ੍ਰਵਾਨ ਚੜੀ ਜਾਂਦਾ ਹੈ। ਤੇ ਪ੍ਰਭੂ ਕੀ ਕਰਦਾ ਹੈ? ਵੇਖੈ, ਉਹ ਹਰ ਜੀਵ ਦੇ ਕਰਮ ਨੂੰ ਵੇਖ ਰਿਹਾ ਹੈ, ਕੀ ਕਰ ਰਿਹਾ ਹੈ। ਵਿਕਸੈ, ਕਰਮ ਕਰਦਿਆਂ ਵੀ ਉਹ ਨਿਰਲੇਪ ਹੈ, ਖੁਸ਼ ਹੈ, ਆਨੰਦਿਤ ਹੈ। ਕਰ ਵਿਚਾਰ, ਕਰਮਾਂ ਦੀ ਵਿਚਾਰ ਕਰਦਾ ਹੈ, ਨਾਲੋਂ ਨਾਲ ਫਲ ਦੇ ਰਿਹਾ ਹੈ। ਨਾਨਕ ਕਥਨਾ ਕਰੜਾ ਸਾਰ, ਹੇ ਨਾਨਕ ਇਸ ਸੱਚ ਦੀ ਅਵਸਥਾ ਦਾ ਕਥਨ ਕਰਨਾ ਸਾਰ ਮੈਨੇ ਲੋਹੇ ਚਬਾਣ ਦੀ ਤਰ੍ਹਾਂ ਹੈ। ਭੁੱਜੇ ਛੋਲੇ ਚਬਾ ਕੇ ਤੇ ਬੜਾ ਆਨੰਦ ਆਉਂਦਾ ਹੈ, ਲੋਹੇ ਦੇ ਚੜੇ ਚਬਾਣੇ ਬੜੇ ਔਖੇ ਨੇ। ਇਹ ਅਵਸਥਾ ਦਾ ਬਿਆਨ ਕਰਨਾ ਬੜਾ ਔਖਾ ਹੈ। ਸਤਿਗੁਰੂ ਪਾਤਸ਼ਾਹ ਆਖਦੇ ਨੇ, ਸੱਚ ਦੀ ਅਵਸਥਾ ਆ ਜਾਏ, ਵਸੈ ਨਿਰੰਕਾਰ, ਸਾਰਿਆਂ 'ਚੋਂ ਰੱਬ ਦਿਸਣਾ ਸ਼ੁਰੂ ਹੋ ਜਾਏ। ਇਹ ਹੈ ਸੱਚਖੰਡ, ਸੱਚ ਦੀ ਅਵਸਥਾ। ਕੋਈ ਅਸਮਾਨਾਂ ਦੀ ਵੱਖਰੀ ਨਗਰੀ ਨਹੀਂ, ਇਹ ਜੀਵਨ ਦੀ ਉਹ ਅਵਸਥਾ ਹੈ ਜਿਹਦੇ ਵਿੱਚ ਸੱਚ ਸਮਾ ਜਾਂਦਾ ਹੈ। ਹਰ ਥਾਂ ਤੇ ਸੱਚ ਨਿਰੰਕਾਰ ਵਸਦਾ ਨਜ਼ਰ ਆਉਂਦਾ ਹੈ। ਇਸ ਅਵਸਥਾ ਦਾ ਬਿਆਨ ਕਰਨਾ ਔਖਾ ਹੈ। ਜਿਹਨੇ ਸਾਰਿਆਂ 'ਚੋਂ ਸੱਚ ਪ੍ਰਭੂ ਨਿਰੰਕਾਰ ਦੇ ਦਰਸ਼ਨ ਕੀਤੇ ਨੇ, ਜਿਹੜਾ ਸੱਚ ਦੀ ਅਵਸਥਾ ਵਿੱਚ ਆਇਆ, ਇਸ ਅਵਸਥਾ ਬਾਰੇ ਸਿਰਫ ਉਹ ਜਾਣਦਾ ਹੈ। ਨਾਨਕ ਕਥਨਾ ਕਰੜਾ ਸਾਰ, ਸੱਚ ਦੀ ਅਵਸਥਾ ਦਾ ਬਿਆਨ ਕਰਨਾ, ਜਿਹੜਾ ਸਾਰਿਆਂ 'ਚੋਂ ਰੱਬ ਦੇਖ ਰਿਹਾ ਹੈ, ਉਹਦੀ ਅਵਸਥਾ ਦਾ ਬਿਆਨ ਕਰਨਾ ਲੋਹੇ ਦੇ ਚਬਾਣ ਦੀ ਤਰ੍ਹਾਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।